हाँ जी पारस की डिफाइंड अ फोर्थ न्यूमेरिकल्स सर अपने कोल दो करंट कैरिंग वायर्स हैगियां वा जिन्हां दी लेंथ इनफाइनाइट आ ते ਉਹਨਾਂ ਦਾ ਕਾਮਨ ਐਂਡ ਆ ਜਿਹੜਾ ਕਿ ਓਰੀਜਨ ਤੇ ਆ ਜਿਹੜੇ ਕੰਡਕਟਰਸ ਆ ਉਹਨਾਂ ਦੇ ਵਿੱਚ ਕਰੰਟ ਸੇਮ ਆਏ ਆਪਾਂ ਵੈਲਿਊ ਫਾਈਂਡ ਕਰਨੀ ਆ ਮੈਗਨੈਟਿਕ ਫੀਲਡ ਦੀ ਪੁਆਇੰਟ A ਤੇ B बिल्कुल जे थोड़ा जिहा ध्यान नाल समझो बेटा इह च एक वर्ड आया सैमी इनफाइनाइट तो सैमी इनफाइनाइट का मतलब यह होएगा कि जेडे कंडक्टर का एक एंड जो फिक्सड एंड होएगा ते दूजा इनफाइनाइट वालों एक्सटेंडेड एंड होएगा जिदा मैं सामने दीवार ते एक किल ला के उन्हें तार बन लवां ते इधर मैं जिन्नी मर्जी तार खिंची चला जिहड़ा फ्री एंड वा ये इनफाइनाइट एंड बनदा ते जिहड़ा उधर फिक्स पार्ट हो गया वो मेरा फिक्सड एंड बन जाए ते इस टाइप दी वायर नूं असीं सैमी इनफाइनाइट वायर कहने पे इत्थे गल करिए तो असीं आ कहने पे आ दोनों साइड तो वायर एक्सटेंडेड फॉर्म चा इस साइड को भी ते इस साइड को भी ते इस थां ते जिथे वायर ते बेंड आंदा पिया ये ओदा फिक्स्ड एंड हो गया क्या इन्नी गल समझ लगी यस सर यस सर ਹੁਣ ਆਪਣੇ ਕੋਲ ਆਪਾਂ ਇੱਕ ਸਬ ਕੇਸ ਦੀ ਗੱਲ ਕਰਨ ਲੱਗਿਆ ਠੀਕ ਹੈ ਭਾਈ ਕਿਹਾ ਸੀਗਾ ਕਿ ਜੇ ਕੰਡਕਟਰ ਇਨਫਾਈਨਾਈਟ ਹੋਵੇ ਤੇ ਪੁਆਇੰਟ ਨੀਅਰ 1 ਐਂਡ ਚਲਾ ਜਾਵੇ ਤੇ ਪੁਆਇੰਟ ਜਿਹੜੇ ਐਂਡ ਦੇ ਨੀਅਰ ਜਾਏਗਾ ਪੁਆਇੰਟ ਮੰਨ ਲਓ ਇੱਥੇ ਆਪਾਂ ਲਗਾ ਕੇ ਦੱਸਣ ਲੱਗਿਆ ਪੁਆਇੰਟ ਜਿਹੜੇ ਐਂਡ ਦੇ ਨੀਅਰ ਬਾਈ ਜਾਏਗਾ ਉਧਰੋਂ ਐਂਗਲ ਆਲਮੋਸਟ ਰਿਡਿਊਸ ਟੂ 0 ਹੁੰਦਾ ਜਾਣਾ ਤੇ ਦੂਜੇ ਪਾਸਿਓਂ ਐਂਗਲ ਇਸ ਪੁਆਇੰਟ ਤੇ ਬਣਨ ਵਾਲਾ 90 ਕੰਸੀਡਰ ਕਰਦੇ ਆਪਾਂ ਕਿ ਇੰਨੀ ਗੱਲ ਕਲੀਅਰ ਆ यस सर यस सर यस सर ਅਸੀਂ ਇਹ ਕਿਹਾ ਸੀ ਕਿ ਪੁਆਇੰਟ ਆਲਮੋਸਟ ਇਸ ਕੰਡਕਟਰ ਦੇ ਬਿਲਕੁਲ ਐਜ ਤੇ ਆ ਜਾਵੇ ਫਿਰ ਇਧਰੋਂ ਐਂਗਲ 0 ਇਧਰੋਂ ਐਂਗਲ 90 ਜਿਹਦੇ ਨਾਲ ਫਾਰਮੂਲਾ ਆ ਬਣ ਗਿਆ ਆਪਣੀ ਇਸ ਫਿਗਰ ਦੇ ਅੰਦਰ ਥੋੜੀ ਜਿਹੀ ਚੇਂਜ ਆ ਗਈ ਉਹਨੇ ਇਧਰੋਂ ਜਿਹੜਾ ਪੁਆਇੰਟ ਹੈਗਾ ਇਧਰੋਂ ਤੇ ਆ ਜੇ ਐਕਸਟੈਂਡਡ ਪੋਰਸ਼ਨ ਆ ਇਧਰੋਂ ਇਸ ਪੁਆਇੰਟ ਤੇ ਬਣਨ ਵਾਲਾ ਜਿਹੜਾ ਐਂਗਲ ਆ ਹਨਾ ਉਹ ਇਨਫਿਨਿਟੀ ਦੀ ਕੰਡੀਸ਼ਨ ਕਰਕੇ 90 ਡਿਗਰੀ ਦਾ ਐਂਗਲ ਬਣਾਏਗਾ पर इधरों पॉइंट P जड़ा वा इस एज तो इस एज दे बिल्कुल एज ते नहीं हैगा मतलब इस एंड ते नहीं हैगा पॉइंट इस एंड तो पॉइंट जिथे लाई करदा पिया इस एंड तो पॉइंट जिथे लाई करदा पिया ओदा डिस्टेंस इस एक्सिस दे अलोंग a मीटर ते आ दूजा ओने इस पॉइंट P ते कुछ एंगल सबटेंड कीता मतलब जे मैं इथे कहां कि आ पॉइंट आ जिथे मैग्नेटिक फील्ड कढना ਤੇ ਇਸ ਪਾਸਿਓਂ ਉਹਨੇ ਐਂਗਲ θ1 ਸਬਟੈਂਡ ਕੀਤਾ ਇਸ ਪਾਸਿਓਂ ਉਹਨੇ ਐਂਗਲ θ1 ਸਬਟੈਂਡ ਕੀਤਾ ਦੂਜਾ ਪਾਸਾ ਜਿਹੜਾ ਕਿ ਇਨਫਾਈਨਾਈਟ ਹੋਏਗਾ ਇਨਫਾਈਨਾਈਟ ਵਾਲੇ ਪਾਸਿਓਂ ਇੱਥੇ ਬਣਨ ਵਾਲਾ ਐਂਗਲ ਜਿਹੜਾ ਉਹ ਅਸੀਂ 90 ਡਿਗਰੀ ਲਿਖ ਕੇ ਚੱਲਦੇ ਪਏ ਕੀ ਆ ਗੱਲ ਸਮਝ ਆਈ यस सर यस सर यस सर ਸੋ ਇਸ ਕੰਡੀਸ਼ਨ ਦੇ ਅਕੋਰਡਿੰਗਲੀ ਆਪਣੇ ਕੋਲ ਦੋ ਕੰਡਕਟਰ ਆ ਗਏ ਇੱਕ ਕਰੰਟ ਹੈਗਾ x ਐਕਸਿਸ ਦੇ ਲੌਂਗ ਫਲੋ ਕਰਦਾ ਇੱਕ y ਐਕਸਿਸ ਦੇ ਲੌਂਗ ਤੇ ਜਿਹੜਾ ਪੁਆਇੰਟ ਆਫ ਆਬਜ਼ਰਵੇਸ਼ਨ ਆ x ਐਕਸਿਸ ਤੋਂ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਉਹ b ਆ ਠੀਕ ਆ ਤੇ y ਐਕਸਿਸ ਤੋਂ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਆ ਉਹ a ਗਿਵਨ ਹੁਣ ਦੋ ਮੈਗਨੈਟਿਕ ਫੀਲਡਾਂ ਨੇ ਆ ਹੁਣ ਦੇਖਣਾ ਇਹ ਪਏਗਾ ਕਿ ਉਹ ਦੋਨੋਂ ਸੇਮ ਡਾਇਰੈਕਸ਼ਨ ਚ ਆ ਕਿ ਆਪੋਜ਼ਿਟ ਆ ਕਿ ਕੁਝ ਐਂਗਲ ਤੇ ਆ ਇੰਨੀ ਗੱਲ ਸਮਝ ਲੱਗੀ ਜੋ ਦੱਸਦਾ ਪਿਆ यस सर यस सर यस सर ਲਵਾਂ ਜਿਵੇਂ ਆ ਕੰਡਕਟਰ ਲਵਾਂ y ਐਕਸਿਸ ਵਾਲਾ ਹੁਣ ਇਹਦੇ ਹਿਸਾਬ ਨਾਲ ਆਪਾਂ ਜੇ ਲੈ ਕੇ ਚੱਲੀਏ ਜਦੋਂ ਕਰੰਟ ਇਹਦੇ ਵਿੱਚ ਉੱਪਰ ਨੂੰ ਜਾਂਦਾ ਪਿਆ ਤੇ ਪੁਆਇੰਟ ਇਹਦੀ ਰਾਈਟ ਸਾਈਡ ਤੇ ਆਉਂਦਾ ਪਿਆ ਤੇ ਇਸ ਕੰਡਕਟਰ ਦੇ ਹਿਸਾਬ ਨਾਲ ਜੇ ਮੈਂ ਹੱਥ ਰੋਟੇਟ ਕਰਾਂਗਾ ਤੇ ਇਹਦੇ ਅਕੋਰਡਿੰਗਲੀ ਆ ਪੁਆਇੰਟ ਤੇ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਤੇ ਇਨਵਰਡ ਹੋਏਗਾ ਹਾਂਜੀ ਸਰ यस सर ਇਹਦਾ ਮਤਲਬ ਇੱਕ ਗੱਲ ਆ ਗਈ ਕਿ y ਕੰਡਕਟਰ ਦੇ ਕਰਕੇ ਇੱਥੇ ਜਿਹੜਾ ਮੈਗਨੈਟਿਕ ਫੀਲਡ ਬਣਨਾ ਹਨਾ ਉਹ ਮੇਰੇ ਕੋਲ ਐਸ ਸੱਚ z ਐਕਸਿਸ ਦੇ ਅਲੋਂਗ ਹੋਏਗਾ ਇਹ xy ਪਲੇਨ ਬਣ ਗਿਆ ਤੇ ਜਿਹੜਾ ਇੱਥੇ ਮੈਗਨੈਟਿਕ ਫੀਲਡ ਆ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਤੇ ਇਨਵਰਡ ਇਸ ਲਈ ਉਹ -z ਐਕਸਿਸ ਦੇ ਉੱਤੇ ਮੈਗਨੈਟਿਕ ਫੀਲਡ ਹੋਏਗਾ ਕੀ ਇੰਨੀ ਗੱਲ ਸਮਝ ਲੱਗੀ यस सर यस सर ਹੁਣ ਇਹਦੇ ਵਿੱਚ ਆ ਜਾਓ ਇਸ ਕੰਡਕਟਰ ਚ ਜਦੋਂ ਕਰੰਟ ਮੇਰੇ ਕੋਲ ਇਧਰ ਨੂੰ ਪਾਸ ਹੁੰਦਾ ਪਿਆ ਠੀਕ ਹੈ ਤੇ ਪੁਆਇੰਟ ਆਫ ਆਬਜ਼ਰਵੇਸ਼ਨ ਇਹਦੇ ਉੱਪਰ ਆ ਤੇ ਜੇ ਮੈਂ ਇਹਦੇ ਹਿਸਾਬ ਨਾਲ ਵੀ ਲਵਾਂ ਤੇ ਜਦੋਂ ਹੱਥ ਘੁਮਾਵਾਂਗਾ
ਤੇ ਇਸ ਪੁਆਇੰਟ ਤੇ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਉਹ ਇਹਦੇ ਪਰਪੈਂਡੀਕੂਲਰ ਤੇ ਇਨਵਰਡ ਬਣਦਾ ਪਿਆ। Yes, sir. Yes, sir. ਮਤਲਬ ਇਸ ਪੁਆਇੰਟ ਤੇ ਦੋ ਮੈਗਨੈਟਿਕ ਫੀਲਡ ਆਏ ਆ, ਦੋਨੋਂ ਦੇ ਦੋਨੋਂ ਇਨਵਰਡ ਐਕਸਿਸ ਦੇ ਉੱਤੇ ਆ, ਯਾਨੀ -z ਐਕਸਿਸ ਤੇ ਆ। ਇਹਦਾ ਮਤਲਬ ਜਿਹੜਾ x ਕੰਡਕਟਰ ਦਾ ਮੈਗਨੈਟਿਕ ਫੀਲਡ ਹੋਏਗਾ p ਪੁਆਇੰਟ ਤੇ ਟੋਟਲ ਮੈਗਨੈਟਿਕ ਫੀਲਡ ਆ which is equal to sum total of magnetic field due to x ਕੰਡਕਟਰ ਐਂਡ y ਕੰਡਕਟਰ। ਤੇ x ਤੇ y ਦੋਨੋਂ ਦੇ ਦੋਨੋਂ ਕੰਡਕਟਰ ਦਾ ਵਾਰੀ-ਵਾਰੀ ਮੈਗਨੈਟਿਕ ਫੀਲਡ ਕੱਢਣਾ ਹੋਵੇ ਤੇ ਆਪਾਂ ਇਹਨੂੰ ਵੀ ਇਦਾਂ ਡਿਫਾਈਨ ਕਰਾਂਗੇ। here bx equal to mu naught by 4 pi i by, ਹੁਣ ਆ ਗੱਲ ਧਿਆਨ ਨਾਲ ਸਮਝ ਲਿਓ, i by perpendicular distance ਤੇ x axis ਤੋਂ ਇਸ ਪੁਆਇੰਟ ਦਾ perpendicular distance b ਆਏਗਾ, ਯਾਨੀ ਜਿੱਥੇ ਆ a ਲਿਖਦੇ ਪਏ a ਦੀ ਥਾਂ ਤੇ ਇੱਥੇ perpendicular distance b ਹੋਏਗਾ ਤੇ ਐਂਗਲ ਦੇ ਹਿਸਾਬ ਨਾਲ sin, ਜਿਹੜੇ ਐਂਗਲ ਦੇ ਹਿਸਾਬ ਨਾਲ ਲਿਖਣਾ sin ਇੱਕ ਪਾਸੇ ਆਪਣਾ sin phi1 plus phi2 ਆ ਬੇਟਾ, ਠੀਕ ਹੈ। ਇੱਕ ਪਾਸੇ ਜਿਹੜਾ ਐਂਗਲ ਬਣੇਗਾ phi1 ਉਹ ਇੱਥੇ 90 ਡਿਗਰੀ ਆ ਤੇ ਦੂਜੇ ਪਾਸੇ ਇੱਥੇ ਜਿਹੜਾ ਐਂਗਲ ਬਣੇਗਾ ਉਹ ਥੀਟਾ ਬਣਨਾ। ਕੀ ਆ ਗੱਲ ਕਲੀਅਰ ਆ? Yes, Yes, sir. sir. Yes, sir. तो इस फार्मूले ਦੇ ਅੰਦਰ ਇੱਕ ਐਂਗਲ sin 90 ਤੇ ਇੱਕ ਐਂਗਲ sin θ1 ਬਣ ਜਾਏਗਾ। ਇਹਨਾਂ ਸਮਝ ਲੱਗਿਆ ਤਾਂ ਮੈਂ ਕੰਟੀਨਿਊ ਕਰਾਂ? Yes, sir. Yes, sir. Similarly ਜੇ by ਲਿਖੀਏ mu naught by 4 pi i over ਇਸ ਕੰਡਕਟਰ ਤੋਂ ਪਰਪੈਂਡੀਕੂਲਰ ਡਿਸਟੈਂਸ ਕੋ a ਹੋਏਗਾ ਇਨਟੂ ਇਹਦਾ ਵੀ ਇੱਕ ਐਂਗਲ 90 ਹੋਏਗਾ ਤੇ ਇੱਕ ਪਾਸਿਓਂ ਐਂਗਲ ਇਹਦਾ θ2 ਹੋਏਗਾ, ਯਾਨੀ sin 90 sin θ2। ਹੁਣ ਇਹ ਵੀ ਮੈਗਨੈਟਿਕ ਫੀਲਡ -k ਐਕਸਿਸ ਤੇ ਆ ਤੇ ਇਹ ਵੀ ਮੈਗਨੈਟਿਕ ਫੀਲਡ -k ਐਕਸਿਸ ਤੇ ਆ। ਇਹ ਮਤਲਬ ਦੋਨੋਂ ਦੇ ਦੋਨੋਂ ਸੇਮ ਡਾਇਰੈਕਸ਼ਨ ਚਲਾਈ ਕਰਦੇ ਪਏ। Yes, sir. Yes, sir. Yes, sir. Yes, sir. ਜਿਹੜਾ ਟੋਟਲ ਮੈਗਨੈਟਿਕ ਫੀਲਡ p ਤੇ ਆਏਗਾ ਉਹ ਚ mu naught by 4 pi ਤੇ i ਇਹ ਚੀਜ਼ ਸਭ ਤੋਂ ਕਾਮਨ ਹੈ, ਠੀਕ ਆ। ਪਹਿਲੀ ਵਾਲੀ ਟਰਮ ਦੇ ਵਿੱਚੋਂ ਸਾਡੇ ਕੋਲ ਬਚੇਗੀ 1 plus 1 by b into 1 plus sin θ1 plus ਦੂਜੇ ਦੇ ਵਿੱਚੋਂ ਬਚਿਆ 1 by a, ਠੀਕ ਹੈ, into 1 plus sin θ2, ਠੀਕ ਹੈ। डायरेक्शन वास्ते -k टैब ला गया। क्लियर है स्टेप? Yes, sir. Yes, sir. तो ਅੱਗੇ ਤੁਹਾਡੇ ਜੋਗਾ ਛੱਡ ਰਿਹਾ ਇਹ ਚ ਕਰਨਾ ਕੀ ਆ। ਹੁਣ sin θ1 ਤੇ sin θ2 ਇਹਦੀ ਵੈਲਿਊ ਪੁੱਟ ਅਪ ਕਰਨ ਲਈ ਆਪਣੇ ਕੋਲ ਦੋ ਰਾਈਟ ਐਂਗਲ ਟ੍ਰਾਇੰਗਲ ਬਣਦੀਆਂ। ਪਹਿਲੇ ਦੇ ਵਿੱਚੋਂ ਆਪਾਂ ਡਿਫਾਈਨ ਕਰੀਏ ਬਟ sin θ1 ਜੇ ਇਸ ਟ੍ਰਾਇੰਗਲ ਜੋ ਡਿਫਾਈਨ ਕਰਾਂ ਤੇ ਆ ਸਾਈਡ ਮੇਰੀ a ਬਣਦੀ ਪਈ, ਆ ਸਾਈਡ ਮੇਰੇ ਕੋਲ ਮੇਰੀ b ਬਣਦੀ ਪਈ, ਆ ਪਾਈਥਾਗੋਰਸ ਦੇ ਨਾਲ ਆ ਸਾਈਡ √a² + b² ਆ ਜੋ। Yes. Yes, sir. एंगल ਦੇ ਸਾਹਮਣੇ ਪਰਪੈਂਡੀਕੂਲਰ ਆ ਗਿਆ, ਠੀਕ ਹੈ, ਯਾਨੀ ਪਰਪੈਂਡੀਕੂਲਰ ਓਵਰ √a² + b² sin θ1 ਤੇ sin θ2 ਇਧਰੋਂ ਟ੍ਰਾਇੰਗਲ ਚ ਲੈ ਲਓ ਪਰਪੈਂਡੀਕੂਲਰ ਦੀ ਲੈਂਥ b ਬਣ ਜਾਏਗੀ b ਓਵਰ √a² + b²। ਆ sin θ1 ਤੇ sin θ2 ਦੋਨੋਂ ਵੈਲਿਊਜ਼ ਇੱਥੇ ਪੁੱਟ ਅਪ ਕਰਕੇ ਇਹਨੂੰ ਸਿੰਪਲੀਫਾਈ ਕਰੋਗੇ ਤੇ ਤੁਹਾਡਾ ਟੋਟਲ ਮੈਗਨੈਟਿਕ ਫੀਲਡ ਆ ਜਾਊਗਾ। क्या आप क्लियर हो न्यूमेरिकल? Yes, sir. Yes, sir. Yes, sir. ਸਾਰਿਆਂ ਨੂੰ ਇਹਦੇ ਸਟੈਪ ਸਮਝ ਲੱਗੇ ਬੇਟਾ? Yes, sir. Yes, sir. Yes, sir. ਓਕੇ ਜੀ। ਇਹਦੇ ਨਾਲ ਦਾ ਇੱਕ ਕੁਐਸਚਨ ਤੁਹਾਨੂੰ ਦੇ ਰਿਹਾ 5th ਨਿਊਮੈਰੀਕਲ ਕੁਝ ਇਸੇ ਟਾਈਪ ਦਾ ਹੋਏਗਾ, ਤੁਸੀਂ ਇੱਕ ਵਾਰੀ ਟਰਾਈ ਕਰੋਗੇ ਉਸ ਕੁਐਸਚਨ ਨੂੰ। ਓਕੇ ਨੈਕਸਟ ਕਰ ਰਹੇ ਹਾਂ ਸ਼ੁਰੂ ਜਿਹੜਾ ਉਹ 6th numerical a straight wire carrying a current of 12 ampere is bent into a semicircular arc, r नहीं हैगा arc a straight wire carrying a current of 12 ampere is bent into a semicircular arc of radius 2 centimeter as shown in figure, ठीक है। calculate the magnetic field at the center of the arc। उन्हें पूछा कि है जी sorry consider the magnetic field at the center of the arc। इस लाइन दी नहीं कोई लोड़ है, थोड़ा मिसप्रिंटिंग है इस क्वेश्चन दे अंदर।
ਉਹਨੇ ਆਪਾਂ ਨੂੰ ਸਿੰਪਲੀ ਇੰਨੀ ਗੱਲ ਕਹੀ ਆ, ਮੈਂ ਕੁਐਸਚਨ ਦੀ ਸਟੇਟਮੈਂਟ ਇਦਾਂ ਲੈ ਰਿਹਾ, ਉਹਨੇ ਆਪਾਂ ਨੂੰ ਇਸ ਨਿਊਮੈਰੀਕਲ ਚ ਆ ਕਿਹਾ ਬੇਟਾ ਕਿ ਇੱਕ ਵਾਇਰ ਨੂੰ ਤੁਸੀਂ ਇਸ ਸ਼ੇਪ ਚ ਬੈਂਡ ਕਰਤਾ, ਠੀਕ ਹੈ, ਇੱਕ ਵਾਇਰ ਤੁਸੀਂ ਇਸ ਸ਼ੇਪ ਚ ਬੈਂਡ ਕੀਤੀ ਆ ਤੇ ਇਸ ਵਾਇਰ ਦੇ ਜਿਹੜਾ ਸੈਮੀ ਸਰਕੂਲਰ ਪੋਰਸ਼ਨ ਆ ਹਨਾ, ਉਹਦੇ ਕਹਿੰਦਾ ਜੀ ਐਸ ਚ ਇਸ ਪੁਆਇੰਟ ਦੇ ਉੱਤੇ ਮੈਗਨੈਟਿਕ ਫੀਲਡ ਕਿੰਨਾ ਕਿੰਨਾ ਆਏਗਾ। ਗੱਲ ਸਮਝ ਲੱਗੀ? Yes, sir. Yes, sir. ਜੀ ਆਪਣੇ ਕੋਲ ਵਾਇਰ ਗਿਵਨ ਆ ਬੇਟਾ, ਇਹ ਸ਼ਾਇਦ ਮੈਂ ਅੱਗੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ। ਜੇ ਇਹਦੇ ਵਿੱਚ ਆਪਾਂ ਕੰਸੀਡਰ ਕਰੀਏ ਉਹ ਕਿ what is the magnetic field due to straight segment, ਫਿਰ in what way the contribution of the magnetic field from the semicircle differ from that of the circular loop and in what way does it resemble। ਮਤਲਬ ਇੱਕ ਪਾਸੇ ਇਹਦਾ ਸੈਮੀ ਸਰਕਲਰ ਦਾ ਜਿਹੜਾ ਮੈਗਨੈਟਿਕ ਫੀਲਡ ਆਏਗਾ, ਇਹਨੂੰ ਸਰਕੂਲਰ ਆਪਣੇ ਕੋਲ ਜੇ ਕੋਇਲ ਆ, ਠੀਕ ਹੈ, ਉਹਦੇ ਮੈਗਨੈਟਿਕ ਫੀਲਡ ਨਾਲ ਕੰਪੇਅਰ ਕਰਨਾ, ਕੀ ਫਰਕ ਹੈ ਤੇ ਕੀ ਇਹਨਾਂ ਚ ਦੋਨਾਂ ਚ ਸਿਮਿਲੈਰਿਟੀ ਹੈ। ਤੇ ਥਰਡ ਤੇ ਲਾਸਟ, would your answer be different if wire bent in semicircular arc of the same radius but opposite way? ਕਿ ਜੇ ਵਾਇਰ ਇਸ ਵੇ ਨਾਲ ਬੈਂਡ ਨਾ ਹੋ ਕੇ ਪੁੱਠੀ ਬੈਂਡ ਤੋਂ ਕਰ ਦਵਾਂ, ਉਹਨਾਂ ਕੀ ਫਰਕ ਪਏਗਾ। ਹੁਣ ਪਹਿਲਾ ਪੋਰਸ਼ਨ ਤੇ ਇੱਥੇ ਕਰੀਏ ਆਪਾਂ, ਉਹ ਤੇ ਜਦੋਂ ਐਸਐਚ ਇਸ ਪੁਆਇੰਟ ਆਫ ਆਬਜ਼ਰਵੇਸ਼ਨ ਤੇ ਤੁਸੀਂ ਮੈਗਨੈਟਿਕ ਫੀਲਡ ਕੱਢਣਾ, ਠੀਕ ਹੈ, ਤੇ ਉਹ ਪੁਆਇੰਟ ਤੇ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਤਿੰਨ ਕੰਡਕਟਰ ਦਾ ਆਣਾ, ਇੱਕ ਏਬੀ ਕੰਡਕਟਰ, एक आ जाएगा BCD आर्क वाला पोर्शन, एक आ जाएगा DE। ਇਹਨਾਂ ਤਿੰਨਾਂ ਵਿੱਚੋਂ ਜਿਹੜਾ AB ਤੇ DE पोर्शन ਆ, ਠੀਕ ਹੈ, ਇਹਨਾਂ ਦੋਨਾਂ ਕੇਸਿਸ ਚ ਲਈਏ ਜੇ ਮੈਂ ਬਾਇਓਟ ਸੈਵਰਟ ਲਾਅ ਲਗਾਵਾਂ, ਜਿਹਦੇ ਅਕੋਰਡਿੰਗਲੀ ਆਈਡੀਅਲ sin ਥੀਟਾ, ਥੀਟਾ ਐਂਗਲ ਕਿਹਦੇ ਦੋ ਵੇਰੀਏਬਲ ਚ ਹੁੰਦਾ, ਕੋਈ ਹੈਗੇ ਹੋ? Yes, sir. ਸਰ DL ਤੇ R ਦੇ ਵਿੱਚ। ਯਾਰ ਬਾਕੀ ਜਾਣੇ ਕਿਆ ਸੁੱਤੇ ਪਏ ਆ? ਮੈਂ ਨਾ ਰਿਕਾਰਡਿੰਗ ਬੰਦ ਕਰਕੇ ਤੇ ਮੈਂ ਕੈਮਰੇ ਲੱਗਿਆ ਔਨ ਕਰਾਂ ਸਾਰਿਆਂ ਦੇ, ਅੱਜ ਫਿਰ ਮੈਂ ਇਦਾਂ ਹੀ ਪੜਾਉਂਗਾ, ਜਾਂ ਤਾਂ ਰਿਸਪੌਂਡ ਕਰੋ, ਨਹੀਂ ਤਾਂ ਮੈਂ ਰਿਕਾਰਡਿੰਗ ਬੰਦ ਤੇ ਕੈਮਰੇ ਔਨ ਲੱਗਿਆ ਕਰਾਂ। ਇਸ ਤੋਂ ਬਾਅਦ ਜਿਵੇਂ ਐਸਐਚ ਤੇ ਥੀਟਾ ਐਂਗਲ ਲਈਏ, ਤੁਸੀਂ ਕਿਹਾ ਸੀ ਥੀਟਾ ਐਂਗਲ ਆਈਡੀਅਲ ਵੈਕਟਰ ਯਾਨੀ ਕਰੰਟ ਐਲੀਮੈਂਟ ਵੈਕਟਰ ਤੇ ਆਰ ਜਿਹੜਾ ਪੁਆਇੰਟ ਆਫ ਆਬਜ਼ਰਵੇਸ਼ਨ ਤੱਕ ਦਾ ਡਿਸਟੈਂਸ ਆ, ਇਹਨਾਂ ਦੋ ਵੇਰੀਏਬਲ ਚ ਐਂਗਲ ਆਪਣੇ ਕੋਲ ਥੀਟਾ। ਜੇ ਆਈਡੀਅਲ ਇਸ ਲਾਈਨ ਨੂੰ ਗਿਣਾ ਤੇ ਇਸ ਲਾਈਨ ਤੋਂ ਸੌਰੀ ਇਸ ਲਾਈਨ ਤੋਂ ਜੇ ਆਹ ਲਾਈਨ ਤੇ ਆਈਡੀਅਲ ਗਿਣਾ ਔਰ ਇਸੇ ਲਾਈਨ ਤੋਂ ਆਹ ਪੁਆਇੰਟ ਤੱਕ ਦਾ ਡਿਸਟੈਂਸ r ਗਿਣਾ ਤੇ ਆਈਡੀਅਲ ਤੇ r ਦੋਨੋਂ ਸੇਮ ਡਾਇਰੈਕਸ਼ਨ ਚ ਹੋਗੇ। Yes, sir. ਸੇਮ ਡਾਇਰੈਕਸ਼ਨ ਚ ਹੋਣਗੀਆਂ ਤੇ ਇਹਨਾਂ ਚ ਥੀਟਾ ਐਂਗਲ 0 ਡਿਗਰੀ ਬਣੂਗਾ। Yes, sir. ਹਾਂਜੀ ਸਰ। Yes, sir.ถ้า 0 ਹੋਵੇ ਤੇ sin 0 0 ਹੋ ਜਾਣਾ, ਇਹਦਾ ਮਤਲਬ ਇਹ ਹੋ ਗਿਆ here BAB ਤੇ BDE ਸੌਰੀ ਵੀ ਇਹਨਾਂ ਦੋਨਾਂ ਦਾ ਮੈਗਨੈਟਿਕ 0 ਬ੍ਰੈਕਟ ਵਿੱਚ ਰਿਜ਼ਰਵੇਸ਼ਨ ਦੇ ਲਓ ਬਿਕੋਜ਼ ਥੀਟਾ ਇਕੁਅਲ ਟੂ 0 ਡਿਗਰੀ ਤੇ देयरफॉर ਜਿਹੜਾ ਸੈਂਟਰ ਤੇ ਟੋਟਲ ਮੈਗਨੈਟਿਕ ਫੀਲਡ ਹੋਏਗਾ वो मेरे को होना सिर्फ सॉरी बच्चे ये ਹੁਣ ਜਦੋਂ ਆਣੀਆਂ ਕੱਟੀ ਆਈ ਹੈ ਹੁਣ ਇੱਥੇ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਇਹ ਸੈਮੀ ਸਰਕੂਲਰ ਆਰਕ ਦਾ ਵਾ ਤੇ ਸੈਮੀ ਸਰਕਲ ਦੇ ਮੈਗਨੈਟਿਕ ਫੀਲਡ ਦਾ ਕੀ ਫਾਰਮੂਲਾ Sir, mu naught upon 4 pi into I by r theta. हाँ जी mu naught by 4 pi into I by r into theta ਤੇ ਸੈਮੀ ਸਰਕਲ ਦੇ ਸੈਂਟਰ ਤੇ ਐਂਗਲ ਕਿੰਨਾ ਸਬਟੈਂਡ ਹੋਏਗਾ 180. 180 ਇਹਦਾ ਮਤਲਬ ਇੱਥੇ ਜੇ ਮੈਗਨੈਟਿਕ ਫੀਲਡ ਲਿਖੀਏ ਤੇ ਆਪਣੇ ਕੋਲ ਆ ਜਾਣਾ ਸੀ mu naught by 4 pi I by r into ਕਿੰਨਾ ਜੀ ਐਂਗਲ 180 ਡਿਗਰੀ ਦਾ ਮਤਲਬ ਹੋ ਜਾਏਗਾ ਪਾਈ ਰੇਡੀਅਨ ਕਲੀਅਰ ਹੈ ਨਹੀਂ ਗੱਲ Yes, sir. Yes, sir. Sir. Yes, sir. ਇਹਨਾਂ ਤੁਹਾਡੇ ਕੋਲ ਜਿਹੜਾ ਐਸਐਚ ਸੈਮੀ ਸਰਕਲ ਦਾ ਮੈਗਨੈਟਿਕ ਫੀਲਡ ਆ ਗਿਆ ਤੇ ਜੇ ਉਹ ਕਹਿੰਦਾ ਜੀ ਇਹਨੂੰ ਕੰਪੇਅਰ ਕਰਾਣਾ ਸਰਕੂਲਰ ਦੇ ਨਾਲ ਤੇ ਸਿਰਫ ਫਰਕ ਇਹਨਾਂ ਕਿ ਇੱਥੇ ਥੀਟਾ ਪਾਈ ਦੀ ਥਾਂ ਤੇ 2 ਪਾਈ ਆ ਜਾਣਾ ਬੇਟਾ ਯਾਨੀ ਜਿੰਨਾ ਮੈਗਨੈਟਿਕ ਫੀਲਡ ਆ ਸੈਮੀ ਸਰਕਲ ਦਾ ਆਇਆ ਠੀਕ ਹੈ ਮੈਗਨੈਟਿਕ ਫੀਲਡ ਡਿਊ ਟੂ ਸਰਕੂਲਰ ਕੋਇਲ ਜੇ ਸਰਕੂਲਰ ਕੋਇਲ ਹੁੰਦੀ
फिर मैग्नेटिक फील्ड का फार्मूला म्यू नॉट बाय 4 पाई I by R into 2 pi आ जाओ। Yes, Yes, sir. sir. Yes, sir. Yes, sir. ਤੇ ਜਿਹੜਾ ਥਰਡ ਕੇਸ ਆ ਉਹ ਚੋਂ ਲੂਪ ਦੀ ਡਾਇਰੈਕਸ਼ਨ ਜਿਹੜੀ ਉਹ ਰਿਵਰਸ ਕੀਤੀ ਹੈ ਬੇਟਾ। ਇਹਦੇ ਨਾਲ ਕਿਹੜੇ ਪੋਰਸ਼ਨ ਦਾ ਫਰਕ ਪੈਣਾ ਜੀ? क्या आंसर चेंज होएगा? डायरेक्शन सर मैग्नीट्यूड सेम है। सर डायरेक्शन में चेंज आएगा क्लॉकवाइज घूमदा पिया, क्लॉकवाइज वेले मैग्नेटिक फील्ड इनवर्ड आंदा, मतलब इथे डायरेक्शन लानी होवे ते -n कैप लगेगी। n कैप अगे भी दस्या सी यूनिट वेक्टर आ डायरेक्शन वास्ते हुंदा, ठीक है, क्योंकि इनवर्ड आ इस करके आपां इथे माइनस नाल लगाने पे इथे k कैप लगाया सी। ਉਹਦਾ ਕਾਰਨ ਸੀਗਾ ਕਿ ਇਹ xy ਪਲੇਨ ਆ ਤੇ ਇਹਦਾ ਇਨਵਰਡ ਜਿਹੜਾ ਸੀਗਾ ਉਹ z ਬਣਨਾ ਸੀ, ਤਾਂ k कैप ਆ। ਇੱਥੇ xy ਪਲੇਨ ਨਹੀਂ ਹੈਗਾ, ਇਸ ਲਈ i j k ਸਿੰਬਲ ਨਹੀਂ ਵਰਤਦਾ ਪਿਆ। ਕਲੀਅਰ ਹੈ ਗੱਲ? Yes, sir. Yes, sir. ਜੇ ਇੱਥੇ ਕਰੰਟ ਦੀ ਡਾਇਰੈਕਸ਼ਨ ਰਿਵਰਸ ਹੋ ਗਈ, ਫਾਰਮੂਲਾ ਆਹੀ ਆਣਾ, ਸਿਰਫ ਫਰਕ ਇਹ ਹੋਏਗਾ ਕਿ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਹਨਾ ਉਹਦੀ ਡਾਇਰੈਕਸ਼ਨ ਜਿਹੜੀ ਹੋਏਗੀ ਉਹ ਮੇਰੇ ਕੋਲ ਇਨਵਰਡ ਦੀ ਥਾਂ ਤੇ ਆਊਟਵਰਡ ਆਣੀ ਹੈ। ਸਿਰਫ ਆ ਚੀਜ਼ ਦੀ ਚੇਂਜ ਹੋਏਗੀ, ਬਾਕੀ ਰਿਜ਼ਲਟ ਮੇਰੇ ਕੋਲ ਸੇਮ ਹੋਏਗਾ। ਕਲੀਅਰ ਹੈ 6 ਨੁਮੈਰਿਕਲ? Yes, sir. Yes, sir. Yes, sir. Yes, sir. चलो 7 की स्टेटमेंट पढ़ो। 7th की स्टेटमेंट पढ़ लो। हाँ जी 7th गिवन अपने को a tightly wound 100 turn coil of radius 10 centimeter carrying a current of 1 ampere. What is the magnitude of magnetic field at the center of the coil? बिल्कुल सौखा जा क्वेश्चन है बेटा। उन्हें अपने को ये क्या हुआ कि ਜਿਹੜੀ coil ਆ ਉਹ ਚ 100 turns ਆ, ठीक है, ਤੇ ਉਹਦਾ ਰੇਡੀਅਸ ਦੱਸਦਾ, ਉੱਚ ਕਰੰਟ ਦੱਸਦਾ, ਤੇ ਸੈਂਟਰ ਤੇ ਮੈਗਨੈਟਿਕ ਫੀਲਡ ਕੋਇਲ ਤੇ ਕੱਢਣਾ। ਕੋਇਲ ਕਿਹੜੀ ਸ਼ੇਪ ਹੋਗੀ? Circular. Circular. क्या फार्मूला ला दिए? फार्मूला बोलो केड़ा ला दिए? सर म्यू नॉट अपॉन 4 पाई इंटू 2 पाई n इंटू i अपॉन r। बिल्कुल, यानी सिर्फ इतने एक ना थीटा और भी 2 पाई बनया, नाल नंबर ऑफ टर्न्स है इसलिए n और ला दियो। ते मतलब अपने को फार्मूला आ गया n टाइम्स द म्यू नॉट बाय 4 पाई i बाय r इनटू 2 पाई रेडियन। इस फार्मूले से सिर्फ वैल्यू भरनी है, तुसी और कुछ नहीं करना, ठीक है? हो जो? Yes, sir. Yes, sir. चलो नेक्स्ट हैगा ਤੁਹਾਡੇ ਕੋਲ ਜਿਹੜਾ नेक्स्ट हैगा 9th 8th कटिया होया वा, वो स्टेटमेंट गलत लिखी पई है। 9th हैगा two wire loop PQRSP formed by joining two semi circular wire of radius R1 and R2 carry a current of I ampere as shown in figure. Find the magnetic field at the center। ਹੁਣ ਜਿਹੜੀ ਆਪਣੇ ਕੋਲ ਵਾਇਰ ਗਿਵਨ ਆ, ठीक है, वो छोटे दो सेमी सर्कल दिखाए होगा, कुछ इस वे नाल तो दो वायर्स दित्तियां हुई और इन्हां दा रेडियस हमने डिफाइन कर दिते कि एक दा रेडियस r1, सेकंड में को रेडियस r2 और करंट पास होता है ਤੁਹਾਡੇ ਕੋਲ करंट ਤੁਹਾਡੇ ਕੋਲ ਇਸ ਵੇ ਦਾ ਕੁਝ ਪਾਸ हो के जा रहा है, ठीक है, ਤੇ ਸੈਂਟਰ ਤੇ ਮੈਗਨੈਟਿਕ ਫੀਲਡ ਕੱਢਣਾ। ਹੁਣ ਸਭ ਤੋਂ ਪਹਿਲੀ ਗੱਲ ਐਸ ਵੇਲੇ ਜਿੰਨੇ ਆਪਣੇ ਟੋਟਲ ਸੈਗਮੈਂਟ ਬਣੇ ਆ, ਜੇ ਉਹਨਾਂ ਦੇ ਨਾਮ ਲੈ ਕੇ ਚੱਲੀਏ ਤੇ ਜਿਹੜਾ ਟੋਟਲ ਮੈਗਨੈਟਿਕ ਫੀਲਡ ਹੋਏਗਾ ਮੇਰੇ ਕੋਲ ਸੈਂਟਰ ਤੇ ਇੱਕ ਆ ਜਾਏਗਾ ਮੇਰੇ ਕੋਲ ਡਿਊ ਟੂ ਸਟ੍ਰੇਟ ਸੈਗਮੈਂਟ SR ਤੋਂ ਬਾਅਦ ਮੇਰੇ ਕੋਲ RQ ਤੋਂ ਬਾਅਦ ਮੇਰੇ ਕੋਲ QP और QP तो बाद PS,
ਇਹਨਾਂ ਚਾਰਾਂ ਦਾ ਦੱਸੋ ਕਿੰਨਾ ਕਿੰਨਾ ਮੈਗਨੈਟਿਕ ਫੀਲਡ ਹੋਏਗਾ ਉਹ ਪੁਆਇੰਟ ਤੇ। ਇਹਨਾਂ ਚਾਰਾਂ PQ ਤੇ RS ਦਾ 0 ਆਏਗਾ ਹਾਂ ਕਿਹਦਾ ਜ਼ੀਰੋ ਆਏਗਾ ਸਰ PQ ਤੇ RS ਦਾ। ਬਿਲਕੁਲ ਜਿਹੜਾ ਤੁਹਾਡਾ PQ ਵਾਲਾ ਸੈਗਮੈਂਟ ਹੋ ਗਿਆ ਤੇ ਜਿਹੜਾ SR ਵਾਲਾ ਹੋ ਗਿਆ ਇਹ ਇਸ ਪੁਆਇੰਟ ਨਾਲ ਐਂਗਲ ਥੀਟਾ 0 ਦੀ ਕੰਡੀਸ਼ਨ ਫੇਰ ਬਣਾਉਗੇ ਪਿਛਲੇ ਨੰਬਰਿਕਲ ਵਰਕਰ। ਇਹ ਜੇ ਇੱਥੇ ਲਿਖੀਏ magnetic field due to SR and magnetic field due to QP ਆ ਦੋ ਸੈਗਮੈਂਟ ਦਾ 0 ਆ। ਬਾਕੀ ਜਿਹੜੇ ਦੋ ਸੈਗਮੈਂਟ ਆ ਉਹ ਸੈਮੀ ਸਰਕਲ ਆ ਤੇ ਉਹਨਾਂ ਦੇ ਮੈਗਨੈਟਿਕ ਫੀਲਡ ਬਣਾ ਲਓ। here RQ ਦਾ ਮੈਗਨੈਟਿਕ ਫੀਲਡ ਜਿਹੜਾ ਆ ਜਾਏਗਾ μ0/4 ਪਾਈ I by R1 ਇਨਰ ਲੂਪ ਦਾ ਰੇਡੀਅਸ R1 ਆ ਠੀਕ ਹੈ। ਔਰ ਇਹਦੇ ਵਿੱਚ ਕਰੰਟ ਜਿਹੜਾ ਐਂਟੀ ਕਲੌਕਵਾਈਜ਼ ਘੁੰਮ ਰਿਹਾ ਬੇਟਾ। ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਹਮੇਸ਼ਾ ਆਊਟਵਰਡ ਡਾਇਰੈਕਸ਼ਨ ਦਿੱਤੀ ਹੈ ਮੈਗਨੈਟਿਕ ਫੀਲਡ ਦੀ ਤੇ ਕਲੌਕਵਾਈਜ਼ ਹਮੇਸ਼ਾ ਜਿਹੜੀ ਇਨਵਰਡ ਹੈਗੀ ਆ। यानी ਇਹਦਾ ਜਿਹੜਾ ਵੈਕਟਰ ਹੋਏਗਾ R1 ਵਾਲੇ ਦਾ RQ ਸੈਗਮੈਂਟ ਦਾ ਇਹ ਪਲੱਸ n ਕੈਪ ਲੱਗੇਗਾ ਔਰ ਜਿਹੜਾ ਮੇਰੇ ਕੋਲ SH ਕੇ ਲਗੀ PS ਵਾਲਾ ਪੋਰਸ਼ਨ ਆਏਗਾ ਉਹਦਾ ਫਾਰਮੂਲਾ ਆਣਾ μ0/4 ਪਾਈ I by R2 into minus n कैप। क्या आचार्य वैल्यूज क्लियर है सर पाई से इनटू भी तो होगा। Yes, sir. की रह गया पाई से मल्टीप्लाई भी तो होगा सेमीकंडक्टर। बिल्कुल आएगा बिल्कुल होएगा 180 तो पाई अपना रेडियन में ना लगना। एनी वैल्यू क्लियर है जी। यस सर। Yes, sir. यस सर। therefore जेड़ा टोटल मैग्नेटिक फील्ड आ जाएगा उस μ0/4 पाई ठीक है पाई इनटू I एनी टर्म बार ये तो अपने को बचा जी 1/r1 ठीक है आ मेरे को टर्म प्लस करनी सी एदी डायरेक्शन जो माइनस चुकदा मैं 1/r2 इनटू n कैप। क्या आप वैल्यू क्लियर है किधर लिखी अपना यस सर। Yes, sir. Yes, sir. चलो नेक्स्ट न्यूमेरिकल 10 और स्टेटमेंट देखो 10th भी पढ़ियो स्टेटमेंट में उनके फिगर बना रहे होंगे। हाँ जी कौन स्टेटमेंट एक्सप्लेन करूं हम अनमोल सिंह यस सर। स्टेटमेंट एक्सप्लेन करो। सर हॉरिजॉन्टल कंडक्टर ਦਿੱਤਾ ਵਾ ਤੇ ਮੈਗਨੀਟਿਊਡ ਕੱਢਣਾ ਤੇ ਡਾਇਰੈਕਸ਼ਨ ਕੱਢਣੀ ਮੈਗਨੈਟਿਕ ਫੀਲਡ ਦੀ ਸੈਂਟਰ ਤੇ। ਕਿੱਦਾਂ ਕਰਾਂਗੇ स्ट्रेट कंडक्टर ਦਾ ਮੈਗਨੈਟਿਕ ਫੀਲਡ ਜਦੋਂ ਸੈਂਟਰ ਤੇ ਕੱਢਣਾ ਉਹ ਜ਼ੀਰੋ ਹੋਏਗਾ ਕਿ ਨਹੀਂ ਹੋਏਗਾ ਜਿੱਦਾਂ ਪਿੱਛੇ ਹੁੰਦਾ ਪਿਆ ਸੀ। ਅਨਮੋਲ ਯਸ ਸਰ। ਜਿਹੜੇ ਸਟ੍ਰੇਟ ਕੰਡਕਟਰ ਆ CD ਤੇ FG ਇਹਦਾ ਮੈਗਨੈਟਿਕ ਫੀਲਡ ਸੈਂਟਰ ਆਫ ਸਰਕਲ ਦੇ ਜ਼ੀਰੋ ਹੋਏਗਾ ਕਿ ਨਹੀਂ। ਯਸ ਸਰ। ਕੀ ਕਹਿ ਰਿਹਾ ਯੈਸ ਸਰ ਦਾ ਮਤਲਬ ਹੋਏਗਾ ਜ਼ੀਰੋ ਇਹ ਕਹਿ ਰਿਹਾ। यस सर। हाँ स्माइल कितना करेंगे स्माइल Yes, sir. कितना करना आवाज क्लियर आ रही सारे नु Yes, sir. Yes, sir. Yes. रिदम चेक कर बेटा तेरे वाले पास से होगा। स्माइल कितना करना क्वेश्चन स्माइल तेनू पूछ रहा धरना इदा ना गूंगे बन जाते
मैं इथों रिमूव कर देना चुक के, ये देख लियो। टेकप्रीत किद्दां करना न्यूमेरिकल? टेकप्रीत हुण पिछों भजने शुरू हो गए, देख लो नाल ही। अमृत कौर किद्दां करांगे बेटा न्यूमेरिकल, पता? मेरी आवाज आ रही है?